ਕਿਸੇ ਜਮਾਤ ਵਿੱਚ ਕਿਸੇ ਪਾਠ ਨੂੰ ਪੜ੍ਹਨ ਪੜ੍ਹਾਉਣ ਨਾਲ ਹੀ ਸੰਬੰਧਿਤ ਨਹੀਂ ਹੈ, ਸਗੋਂ ਜ਼ਿੰਦਗੀ ਦੇ ਵਿੱਚ ਉਹਨਾਂ ਵਿਹਾਰਕ ਕਦਰਾਂ ਕੀਮਤਾਂ ਨਾਲ ਸੰਬੰਧਿਤ ਹੈ ਜਿਸ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਜੇਕਰ ਅਪਣਾ ਲੈਂਦੇ ਹਾਂ ਤਾਂ ਇਸ ਤੋਂ ਵੱਡਾ ਸੁੱਖ, ਇਸ ਤੋਂ ਵੱਡੀ ਖੁਸ਼ੀ ਸਾਡੇ ਲਈ ਕੋਈ ਹੋਰ ਨਹੀਂ ਹੋ ਸਕਦੀ। ਅਸੀਂ ਜਿਸ ਤਰ੍ਹਾਂ ਦੇ ਸਮਾਜ ਦੇ ਵਿੱਚ, ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਰਹਿ ਰਹੇ ਹਾਂ, ਇਸ ਵਿੱਚ ਪਦਾਰਥਕ ਦੌੜ ਭੱਜ ਹੈ, ਬੇਚੈਨੀ ਹੈ, ਮਨੁੱਖ ਇਕੱਲਾ ਹੋ ਗਿਆ, ਖੁਦਗਰਜ਼ੀ ਇੰਨੀ ਵੱਧ ਚੁੱਕੀ ਹੈ ਕਿ ਆਪੋ ਤਾਪ ਪਈ ਹੋਈ। ਸਿੱਖਿਆ ਵਿਭਾਗ ਨੇ ਇਹ ਲੋੜ ਮਹਿਸੂਸ ਕੀਤੀ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਸਮਾਜ ਨੂੰ ਕੋਈ ਸੇਧ ਦੇਣੀ ਹੈ ਤਾਂ ਇਸ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਬਹੁਤ ਮਹੱਤਵ ਹੈ। ਇਹ ਜਿਸ ਹਮਦਰਦੀ ਤੇ ਹਮਾਇਤ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਾਡੀ ਜ਼ਿੰਦਗੀ ਦਾ ਹਿੱਸਾ ਬਣਨਾ ਚਾਹੀਦਾ ਹੈ। ਦੇਖਿਓ, ਇਸ ਹਮਦਰਦੀ ਦੇ ਨਾਲ ਅਸੀਂ ਉਹ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਉਹ ਸਕੂਨ ਪ੍ਰਾਪਤ ਕਰ ਸਕਦੇ ਹਾਂ, ਮਨ ਦੀ ਉਹ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ ਜਿਹੜੀ ਸਾਨੂੰ ਲੱਖਾਂ ਰੁਪਏ ਖਰਚ ਕੇ ਵੀ ਪ੍ਰਾਪਤ ਨਹੀਂ ਹੋ ਸਕਦੀ। ਇਸ ਧਰਤੀ ਦੇ ਬੰਦੇ ਨੇ ਪਦਾਰਥਕ ਤਰੱਕੀ ਤਾਂ ਬਹੁਤ ਕੀਤੀ ਹੈ, ਪੈਸਾ ਵੀ ਸ਼ਾਇਦ ਬਹੁਤ ਕਮਾਇਆ ਹੋਵੇਗਾ, ਪਰ ਆਪਣਾ ਸਕੂਨ ਗਵਾ ਲਿਆ। ਲੋੜ ਹੈ ਉਸ ਸਕੂਨ ਨੂੰ ਵਾਪਸ ਲਿਆਉਣ ਦੀ। ਆਓ ਰਲ ਕੇ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਵਿਹਾਰ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਕਦੇ ਹਮਦਰਦੀ ਵੀ ਰੱਖੀਏ। ਮੇਰਾ ਮਤਲਬ ਇਹ ਨਹੀਂ ਹੈ ਕਿ ਹਮਦਰਦੀ ਖਤਮ ਹੋ ਗਈ। ਸਾਡੇ ਸਮਾਜ 'ਚ ਹਮਦਰਦ ਲੋਕ ਬਹੁਤ ਨੇ, ਦੂਸਰਿਆਂ ਦੇ ਦਰਦ ਵੰਡਾਉਣ ਦੀ ਭਾਵਨਾ ਬਹੁਤ ਹੈ, ਪਰ ਲੋੜ ਹੈ ਸਾਰਿਆਂ ਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾਉਣ ਦੀ। ਸੋਚ ਕੇ ਦੇਖਿਓ, ਜਦ ਅਸੀਂ ਆਪਣੇ ਅੰਦਰ ਇਸ ਹਮਦਰਦੀ ਨੂੰ ਵਸਾਉਂਦੇ ਹਾਂ ਤਾਂ ਕਦੇ ਅਸੀਂ ਇਕੱਲਾ ਨਹੀਂ ਮਹਿਸੂਸ ਕਰਦੇ, ਕਿਉਂਕਿ ਜੋ ਹਮਦਰਦੀ, ਜੋ ਦੂਸਰਿਆਂ ਦਾ ਦੁੱਖ ਅਸੀਂ ਅੱਜ ਵੰਡਾਉਣਾ ਹੈ, ਹੋ ਸਕਦਾ ਹੈ ਦੂਸਰੇ ਵੀ ਸਾਡੇ ਦੁੱਖ ਦੇ ਵਿੱਚ ਸ਼ਾਮਿਲ ਹੋਣ ਤੇ ਉਹ ਦੁੱਖ ਸਾਨੂੰ ਦੁੱਖ ਲੱਗੇ ਨਾ। ਦੂਸਰੇ ਪਾਸੇ ਸਾਡੀ ਖੁਸ਼ੀ ਹੋਰ ਵੱਧ ਜਾਏ। ਇਸੇ ਕਰਕੇ ਅੱਜ ਇਸੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਇਹ ਹਮਦਰਦੀ ਤੇ ਹਮਾਇਤ ਨੂੰ ਕਿਤੇ ਛੋਟਾ ਨਾ ਜਾਣਿਓ। ਇਹ ਸੰਕਲਪ ਦੁਨੀਆ ਜਿੱਡਾ ਵਿਸ਼ਾਲ ਹੈ, ਜੀਵਨ ਜਿੱਡਾ ਵਿਸ਼ਾਲ ਹੈ। ਇਸ ਵਿੱਚ ਆਉਂਦਾ ਕੀ ਹੈ, ਆਓ ਦੇਖੀਏ, ਆਓ ਸੁਣੀਏ ਕਿ ਇਹ ਸੰਕਲਪ ਕਿੰਨਾ ਵੱਡਾ ਹੈ। ਨਿਰਸਵਾਰਥ ਹੋਣ ਦੀ ਭਾਵਨਾ, ਮੋਹ ਜਾਂ ਮੋਹ ਦੀ ਭਾਵਨਾ, ਇਨਸਾਨੀਅਤ, ਮਾਨਵਤਾ, ਇਹ ਇਨਸਾਨ ਦੀ ਇਨਸਾਨ ਦੇ ਨਾਤੇ ਕਦਰ ਦਾ ਨਾਂ ਹੈ। ਸਾਂਝੀਵਾਲਤਾ, ਪਰਉਪਕਾਰੀ ਬਿਰਤੀ, ਦੂਸਰਿਆਂ ਦਾ ਭਲਾ ਕਰਨਾ ਤੇ ਉਸਾਰੂ ਸੋਚ, ਸਕਾਰਾਤਮਕ ਸੋਚ, ਸਦਭਾਵਨਾ, ਨੇਕ ਨੀਅਤ, ਇਸ ਵਿੱਚ ਸਦਾਚਾਰਕ ਸੋਚ ਵੀ ਸ਼ਾਮਿਲ ਹੈ। ਸੇਵਾ ਭਾਵਨਾ, ਸਾਡੀ ਜ਼ਿੰਦਗੀ ਦੀ ਕਿਤਾਬ ਵਿੱਚ ਇਹ ਅਨਮੋਲ ਅੱਖਰਾਂ ਵਾਲਾ ਹਮਦਰਦੀ ਦਾ ਅੱਖਰ ਕਿੱਦਾਂ ਹੁੰਦਾ ਹੈ। ਇਸ ਹਮਦਰਦੀ ਦੇ ਅੱਖਰ ਦੇ ਰਾਹੀਂ, ਇਸ ਹੀਰੇ ਦੇ ਰਾਹੀਂ ਅਸੀਂ ਜੀਵਨ ਨੂੰ, ਸਮਾਜ ਨੂੰ ਕਿੰਨਾ ਖੁਸ਼ਹਾਲ ਬਣ ਸਕਦੇ ਹਾਂ, ਸ਼ਾਇਦ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਐਡਾ ਸੌਖਾ ਨਹੀਂ ਹੋਵੇਗਾ। ਇਸ ਮੁੱਲ ਦੀ ਅਹਿਮੀਅਤ ਨੂੰ ਦਿਖਾਉਣ ਦੇ ਲਈ, ਇਸ ਨੂੰ ਮਹਿਸੂਸ ਕਰਨ ਦੇ ਲਈ ਤੁਹਾਡੇ ਨਾਲ ਮੈਂ ਇੱਕ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਿਹਾ, ਜਿਹੜਾ ਇਸੇ ਗੱਲ ਦਾ ਅਹਿਸਾਸ ਕਰਵਾਏਗਾ ਕਿ ਇੱਕ ਉਹ ਧਿਰ ਹੈ ਜਿਸ ਦਾ ਕੋਈ ਵਾਲੀ ਵਾਰਸ ਨਹੀਂ ਹੈ, ਜਿਹੜੀ ਰੋਟੀ ਨੂੰ ਤਰਸਦੀ ਹੈ। ਇੱਕ ਹਮਦਰਦੀ ਭਰਿਆ ਇਨਸਾਨ ਉਸ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਖੇੜਾ ਲੈ ਕੇ ਆ ਸਕਦਾ ਹੈ, ਅਸੀਂ ਮਹਿਸੂਸ ਕਰ ਸਕਦੇ ਹਾਂ। ਸ਼ਰਮਾ ਸਾਹਿਬ, 4ਵੇ ਦਾ ਮਸਲਾ ਹੈ। ਹਾਂਜੀ। ਤੇ 4ਵੇ ਵੀ ਜਿਹੜਾ ਆ ਇਹ ਕੋਈ ਛੋਟਾ ਨਹੀਂ ਹੈ ਸਾਡੇ ਲਈ। ਬਿਲਕੁਲ ਸਰ, ਜਿੱਦਾਂ ਤੁਸੀਂ ਕਹਿ ਰਹੇ ਹੋ, ਆਪਣੇ ਕੋਲ ਬਜਟ ਥੋੜਾ ਤਾਂ ਹੈ ਨਹੀਂ, 80 ਕਰੋੜ ਹੈ, ਬਹੁਤ ਹੈਗਾ। ਬਿਲਕੁਲ। ਪਰ ਸਾਨੂੰ ਲੱਗਦਾ ਹੈ ਕਿ ਜਿਹੜਾ 80 ਕਰੋੜ ਆ ਸਾਨੂੰ ਚੰਗੇ ਲੇਖੇ ਲਾਣਾ ਚਾਹੀਦਾ।
ਬਿਲਕੁਲ ਜਿਹੜੇ ਰੋਡ ਪਹਿਲਾਂ ਬਣੇ ਆ ਅਸੀਂ ਦੇਖੇ ਹੀ ਨੇ। ਬਿਲਕੁਲ ਤੇ ਬੜਾ ਸਾਨੂੰ ਗਹਿਰਾਈ ਦੇ ਨਾਲ ਦੇਖਣਾ ਪਊਗਾ ਕਿ ਇਹ ਜਿਹੜਾ ਰੋਡ ਆ ਉਹ ਅੱਛੇ ਤਰੀਕੇ ਨਾਲ ਬਣ ਸਕੇ। ਤੇ ਮੇਰੀ ਇੱਛਾ ਹੈ ਕਿ ਜੇ ਕਰੋੜਾਂ ਦਾ ਇਹ ਕਾਰੋਬਾਰ ਹੈ ਸਰ ਕਰੋੜਾਂ ਦਾ ਸਰ 80 ਕਰੋੜ ਹੈ। ਆਪਾਂ ਕੁਛ ਨਾ ਕੁਛ ਤੇ ਜਨਤਾ ਵਾਸਤੇ ਕੁਛ ਲੈ ਕੇ ਆਵਾਂਗੇ। ਬਿਲਕੁਲ ਬਿਲਕੁਲ ਜੀ ਬਿਲਕੁਲ, ਜੋ ਤੁਸੀਂ ਕਹਿੰਦੇ ਹੋ ਸਹੀ ਹੈਗਾ। ਆਪਾਂ ਨੂੰ ਮਿਲ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਬਿਲਕੁਲ ਤੇ ਬੈਠ ਕੇ ਆਪਾਂ ਕਰਦੇ ਹਾਂ ਕੋਈ ਗੱਲਬਾਤ ਇਹਦੇ ਉੱਪਰ। ਨਾਲੇ ਚਲੋ ਖਾਣਾ ਖਾ ਲਈਏ ਥੋੜਾ ਬਿਲਕੁਲ ਜੀ, ਤੇ ਰੈਸਟ ਵੀ ਕਰ ਲਈਏ, ਥੱਕੇ ਬੜੇ ਆ। ਹਾਂ ਡਰਾਈਵ ਕਰ ਬੈਠੇ ਹਾਂ ਨਾ। ਸ਼ਰਮਾ ਸਾਹਿਬ ਆ ਬੱਚੇ ਲਈ ਕੁਝ ਦੇਖਿਓ। ਗੱਡੀ ਦੇ ਡੈਸ਼ਬੋਰਡ 'ਚ ਕੋਈ ਖਿਡੌਣਾ ਪਿਆ ਹੋਣਾ, ਉਹ ਹੀ ਫੜਾ ਦਿਓ। ਆਲੋ ਵੱਡਾ ਸਾਹਿਬ ਲਿਆਓ। ਆ ਲਓ ਪੁੱਤਰ ਜੀ। ਕੀ ਗੱਲ ਨਹੀਂ ਲੈਣਾ? ਅੱਛਾ ਭੁੱਖ ਲੱਗੀ ਆ ਸ਼ਰਮਾ ਸਾਹਿਬ ਇੱਥੇ ਬਿਸਕੁਟ ਦਾ ਪੈਕਟ ਪਿਆ ਹੋਣਾ, ਆ ਇੱਧਰ ਦੇਖਿਓ। ਹਾਂ ਹਾਂ ਆ ਫੜਾ ਦਿਓ। ਆ ਲਓ ਪੁੱਤਰ, ਖੁਸ਼ ਰਹੋ। ਇਹੋ ਜਿਹੇ ਜਿਹੜੇ ਅਹਿਮ ਪ੍ਰੋਜੈਕਟ ਨੇ ਨਾ, ਸਭ ਤੋਂ ਪਹਿਲਾਂ ਕਰਨੇ ਚਾਹੀਦੇ ਆਪਾਂ। ਯਾਰ ਇਸ ਤੇ ਕੁਝ ਪਲਾਨ ਕਰੋ ਸ਼ਰਮਾ ਸਾਹਿਬ। ਬਿਲਕੁਲ ਬਿਲਕੁਲ ਵੱਡਾ ਸਾਹਿਬ, ਇਹ ਝੁੱਗੀਆਂ ਝੋਂਪੜੀਆਂ ਵਾਲੇ ਲੋਕ ਵੀ ਤਾਂ ਆਪਣੇ ਹੀ ਨੇ। ਮੈਂ ਜਲਦੀ ਹੀ ਇਹਨਾਂ ਦੀ ਫ੍ਰੀ ਸਿੱਖਿਆ ਬਾਰੇ ਕੁਝ ਪਲਾਨ ਕਰਦਾ। ਸ਼ਰਮਾ ਸਾਹਿਬ ਜੋ ਵੀ ਕਰਨਾ ਛੇਤੀ ਕਰਨਾ। ਛੇਤੀ ਕਰਾਂਗੇ ਵੱਡਾ ਸਾਹਿਬ, ਪਹਿਲੇ ਬ੍ਰਿਜ ਵਾਲਾ ਪ੍ਰੋਜੈਕਟ ਕੰਪਲੀਟ ਕਰ ਲਈਏ। ਉਹ ਤਾਂ ਤੁਸੀਂ ਕੰਪਲੀਟ ਕਰ ਹੀ ਲੈਣਾ। ਬੜੇ ਸਕੀਮੀ ਬੰਦੇ ਹੋ ਸ਼ਰਮਾ ਸਾਹਿਬ ਤੁਸੀਂ। ਵੱਡਾ ਸਾਹਿਬ ਮੈਂ ਕੀ ਕਹਿ ਰਿਹਾ ਸੀਗਾ ਕਿ ਜਿਹੜੇ ਫਲਾਈਓਵਰ ਦੀ ਆਪਾਂ ਗੱਲ ਕਰਦੇ ਪਏ ਹਾਂ, ਆਪਾਂ ਨੂੰ ਜਲਦੀ ਤੋਂ ਜਲਦੀ ਕੁਝ ਕਰਨਾ ਪੈਣਾ। ਵੱਡਾ ਸਾਹਿਬ ਤੁਹਾਡਾ ਧਿਆਨ ਕਿੱਧਰ ਹੈ? ਪਲੀਜ਼ ਆਰਡਰ ਸਰ। ਸ਼ਰਮਾ ਸਾਹਿਬ ਤੁਸੀਂ ਜੋ ਦੇਣਾ ਆਰਡਰ ਦਿਓ, ਮੈਂ 1 ਮਿੰਟ 'ਚ ਆਇਆ। ਜੀ ਸਰ। ਪਲੀਜ਼ ਆਰਡਰ ਸਰ। 2 ਕੌਫੀ ਲੈ ਕੇ ਆਇਓ। ਬਾਕੀ ਪੱਡਾ ਸਾਹਿਬ ਆਉਂਦੇ ਨੇ ਫਿਰ ਮੈਂ ਦੱਸਦਾ। ਇੱਕ 'ਚ ਚੀਨੀ ਘੱਟ ਰੱਖਿਓ। ਹੈਲੋ ਪੁੱਤਰ, ਚਲ ਆ ਜਾ। ਚਲੋ ਜੀ, ਆ ਹੁਣ ਬਣੀ ਗੱਲ। ਸ਼ਰਮਾ ਸਾਹਿਬ ਬੱਚੇ ਤਾਂ ਸਾਰੇ ਰੱਬ ਦਾ ਰੂਪ ਹੁੰਦੇ ਆ, ਇਸ ਕਰਕੇ ਮੇਰਾ ਵੀ ਦਿਲ ਕੀਤਾ ਕਿਉਂ ਨਾ ਅਸੀਂ ਸਾਰੇ ਹੀ ਖਾਣਾ ਖਾ ਲਈਏ। ਵੇਟਰ ਆ ਗੱਲ ਸੁਣੀ। ਹਾਂ ਬੇਟਾ। ਯੈਸ ਸਰ। 1 ਮਿੰਟ। ਹਾਂ ਬੇਟਾ ਬੋਲ ਪੁੱਤ। ਖਾਣਾ ਕੀ ਹੈ? ਤੂੰ ਇਦਾਂ ਕਰ, ਕੁਝ ਚੰਗਾ ਲੈ ਆ ਬੱਚੇ। ਓਕੇ ਸਰ। 1 ਕੱਪ ਹੋਰ ਚਾਹ ਜਾਂ ਕੌਫੀ ਲੈ ਆ। ਓਕੇ ਸਰ। ਹੋਰ ਕੁਝ? ਤੇ ਸ਼ਰਮਾ ਸਾਹਿਬ ਤੁਸੀਂ? ਬਸ ਕੁਛ ਨਹੀਂ, ਜੋ ਤੁਸੀਂ ਆਰਡਰ ਕੀਤਾ। ਥੈਂਕ ਯੂ ਸਰ। ਚਲੋ ਠੀਕ ਹੈ। ਸਵਾਦ ਲੱਗਿਆ? ਆ ਵੀ ਲਓ, ਆ ਖਾ ਲਓ ਫਿਰ। ਸ਼ਾਬਾਸ਼। ਖਾਣਾ ਮੇਰਾ ਪੁੱਤ। ਤੁਸੀਂ ਬੈਠੋ ਸ਼ਰਮਾ ਸਾਹਿਬ, ਠੀਕ ਹੈ। ਮੈਂ ਬਿੱਲ ਦੇ ਕੇ ਆਇਆ। ਓਕੇ ਵੱਡਾ ਸਾਹਿਬ। ਤੁਸੀਂ ਬੈਠੋ, ਠੀਕ ਹੈ, ਮੈਂ ਆਇਆ। ਤੂੰ ਖਾ ਮੇਰਾ ਬੇਟਾ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਹੋਗੇ। ਮੈਨੇਜਰ ਸਾਹਿਬ, ਹਾਂਜੀ ਮੈਂ ਇੱਕ That bill. ਕਸਟਮਰ ਵੇਖਣਾ। ਬਿੱਲ ਸੀਗਾ, ਆ ਕੱਟਿਓ। ਸੌਰੀ ਸਰ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਕੀ ਹੋਇਆ? ਸਰ ਰੱਜਿਆਂ ਨਾਲ ਰਜਾਉਣ ਵਾਲੇ ਤਾਂ ਬਹੁਤ ਦੇਖੇ ਨੇ, ਪਰ ਭੁੱਖੇ ਪੇਟ ਦੇ ਦਰਦ ਨੂੰ ਕੋਈ ਹਮਦਰਦੀ ਸਮਝ ਸਕਦਾ। ਟੈਲੀਫੋਨ ਮੇਰਾ ਵੀ ਸਹੀ,
ਵਾਹ ਸਰ, ਸਲੂਟ ਆ ਤੁਹਾਡੀ ਸੋਚ ਨੂੰ। ਸ਼ੁਕਰੀਆ। ਇੱਥੇ ਲੋਕ ਬਥੇਰੇ ਵਿਖੇ ਜੋ ਰੱਜਿਆਂ ਦਾ ਹੀ ਢਿੱਡ ਭਰਦੇ ਨੇ, ਭੁੱਖੇ ਦੇ ਦਰਦ ਨੂੰ ਸਮਝ ਕੇ ਇੱਥੇ ਵਿਰਲੇ ਹੀ ਹਮਦਰਦੀ ਕਰਦੇ ਨੇ, ਵਿਰਲੇ ਹੀ ਹਮਦਰਦੀ ਕਰਦੇ ਨੇ। ਮਾਨਵੀ ਸਾਂਝ ਵੱਧਦੀ ਹੈ, ਇੱਕ ਦੂਸਰੇ ਦੀ ਸਹਾਇਤਾ ਹੁੰਦੀ ਹੈ, ਇੱਕ ਦੂਸਰੇ ਦੀ ਮਦਦ ਕਰਦੇ ਹਾਂ, ਸਾਂਝੀਵਾਲਤਾ ਦਾ ਸੁਨੇਹਾ ਮਿਲਦਾ ਹੈ, ਇੱਕ ਭਾਈਚਾਰਾ ਵੱਧਦਾ ਹੈ, ਆਪਸੀ ਮਿਲਵਰਤਨ ਵੱਧਦਾ ਹੈ ਔਰ ਸਮਾਜ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਸਦਭਾਵਨਾ ਤੇ ਨੇਕੀ ਦਾ ਵਿਕਾਸ ਹੁੰਦਾ ਹੈ, ਨੇਕ ਚਰਿੱਤਰ ਵੱਧਦਾ ਹੈ, ਸਮਾਜ ਖੁਸ਼ਹਾਲ ਹੁੰਦਾ ਹੈ, ਇਸ ਵਿੱਚ ਖੁਸ਼ੀਆਂ ਦੇ ਖੇੜੇ ਵੱਧਦੇ ਹਨ। ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਇਸ ਵਰਤਾਰੇ ਦੇ ਰਾਹੀਂ ਨਜਿੱਠੀਆਂ ਜਾ ਸਕਦੀਆਂ ਹਨ, ਉਹਨਾਂ ਦਾ ਹੱਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ, ਕੱਲ੍ਹ ਨੂੰ ਕੋਈ ਸਾਡੀ ਵੀ ਮਦਦ ਕਰਕੇ ਸਾਡੀ ਵੱਡੀ ਤੋਂ ਵੱਡੀ ਸਮੱਸਿਆ ਦਾ ਹੱਲ ਜ਼ਰੂਰ ਲੱਭੇਗਾ। ਆਤਮਿਕ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ, ਸ਼ਾਂਤੀ ਮਿਲਦੀ ਹੈ ਤੇ ਮਨ ਦੀ ਖੁਸ਼ੀ ਜਿਹੜੀ ਲੱਖਾਂ ਰੁਪਏ ਖਰਚ ਕਰਕੇ ਵੀ ਨਹੀਂ ਮਿਲਦੀ, ਹਮਦਰਦੀ ਦੇ ਵਿੱਚੋਂ, ਹਮਦਰਦ ਵਿਹਾਰ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਇਹ ਨਰੋਈ ਜੀਵਨ ਜਾਚ ਦਾ ਹਿੱਸਾ ਹੈ। ਜੀਵਨ ਜਾਚ ਖੂਬਸੂਰਤ ਬਣਦੀ ਹੈ, ਨਰੋਈ ਬਣਦੀ ਹੈ, ਸਿਹਤਮੰਦ ਬਣਦੀ ਹੈ। ਇਸ ਕਰਕੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਅਪਣਾਉਣਾ ਹੈ। ਸੋ ਇੱਕ ਖੁਸ਼ਹਾਲ ਜੀਵਨ ਜਾਚ ਵੀ ਇਸ ਨੂੰ ਅਸੀਂ ਕਹਿ ਸਕਦੇ ਹਾਂ। ਕੁਰਬਾਨੀ ਦਾ ਜਜ਼ਬਾ ਪੈਦਾ ਹੁੰਦਾ। ਇਹ ਕੁਰਬਾਨੀ ਜਦੋਂ ਅਸੀਂ ਕਿਸੇ ਦੇ ਲਈ ਕੋਈ ਕੰਮ ਕਰਦੇ ਹਾਂ, ਮਦਦ ਕਰਦੇ ਹਾਂ, ਹਮਦਰਦੀ ਦੇ ਨਾਲ ਕੋਈ ਕਾਰਜ ਕਰਦੇ ਹਾਂ, ਆਪਣੇ ਸਮੇਂ ਦੀ, ਆਪਣੀ ਊਰਜਾ ਦੀ, ਆਪਣੀ ਕਿਸੇ ਨਾ ਕਿਸੇ ਵਰਤਾਰੇ ਦੀ, ਸਮੇਂ ਦੀ ਕੁਰਬਾਨੀ ਦੇਣੀ ਪੈਂਦੀ ਹੈ। ਇਸ ਵਿੱਚ ਕੋਈ ਨਾ ਕੋਈ ਸਾਨੂੰ ਛੱਡਣਾ ਪੈਂਦਾ ਹੈ, ਆਪਣਾ ਕੁਝ ਨਾ ਕੁਝ ਗਵਾਉਣਾ ਪੈਂਦਾ ਹੈ, ਕਿਉਂਕਿ ਅਸੀਂ ਦੂਸਰੇ ਦੇ ਲਈ ਜਦੋਂ ਕੋਈ ਕਾਰਜ ਕਰਨਾ ਹੈ ਤਾਂ ਉਸ ਵਿੱਚ ਉਹ ਸ਼ਾਮਲ ਹੁੰਦਾ ਹੈ ਕੁਰਬਾਨੀ ਦਾ ਜਜ਼ਬਾ, ਔਰ ਇਸ ਦੇ ਨਾਲ ਹੀ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਦੇਣ ਦਾ ਜਜ਼ਬਾ ਪੈਦਾ ਹੁੰਦਾ ਹੈ, ਆਪਾ ਵਾਰਨ ਦੀ ਭਾਵਨਾ ਪੈਦਾ ਹੁੰਦੀ ਹੈ। ਹਮਦਰਦੀ ਤੇ ਹਮਾਇਤ ਦੇ ਵਰਤਾਰੇ ਨੂੰ ਸਮਝਣ ਦੇ ਲਈ ਇਸ ਵਿੱਚ 3 ਪੱਖਾਂ ਨੂੰ ਸਮਝਣਾ ਪਏਗਾ ਕਿ ਜਿਸ ਵਿਅਕਤੀ ਦੇ ਵਿੱਚ ਇਹ ਹਮਦਰਦ ਵਰਤਾਰਾ ਸ਼ਾਮਲ ਹੁੰਦਾ ਹੈ, ਉਸ ਨੇ ਕਰਨਾ ਕੀ ਹੈ ਜਾਂ ਉਹ ਕਰਦਾ ਕੀ ਹੈ, ਉਸ ਨੂੰ ਸਮਝਣ ਦੀ ਲੋੜ ਹੈ। ਹਮਦਰਦ ਇਨਸਾਨ ਸਭ ਤੋਂ ਪਹਿਲਾਂ ਚੌਗਿਰਦੇ ਨੂੰ ਦੇਖਦਾ ਹੈ। ਚੌਗਿਰਦੇ ਦੇ ਵਿੱਚ ਵਾਪਰ ਕੀ ਰਿਹਾ ਹੈ ਆਪਣੀ ਅੱਖ ਦੇ ਨਾਲ ਦੇਖਦਾ ਹੈ। ਉਹ ਅਣਦੇਖਿਆ ਕੁਝ ਨਹੀਂ ਕਰਦਾ, ਕਿਉਂਕਿ ਉਸ ਨੂੰ ਇਨਸਾਨ ਦੀ ਕਦਰ ਹੁੰਦੀ ਹੈ। ਇਸ ਕਰਕੇ ਸਭ ਤੋਂ ਪਹਿਲਾਂ ਹਾਲਾਤ ਨੂੰ ਦੇਖੋ, ਸਥਿਤੀ ਨੂੰ ਦੇਖੋ, ਸਮੱਸਿਆ ਨੂੰ ਸਮਝੋ ਔਰ ਉਸ ਨੂੰ ਅਣਦੇਖਿਆ ਨਾ ਕਰੋ, ਕਿਉਂਕਿ ਜਿਸ ਨੂੰ ਅੱਜ ਅਸੀਂ ਦੇਖ ਰਹੇ ਹਾਂ, ਸਾਨੂੰ ਵੀ ਕੋਈ ਨਾ ਕੋਈ ਦੇਖ ਰਿਹਾ ਹੋਵੇਗਾ, ਕੱਲ੍ਹ ਨੂੰ ਸਾਡੀ ਵੀ ਕੋਈ ਨਾ ਕੋਈ ਮਦਦ ਕਰੇਗਾ। ਦੂਸਰੀ ਗੱਲ, ਜੋ ਦੇਖਿਆ ਉਸ ਨੂੰ ਮਹਿਸੂਸ ਕਰੋ, ਉਸ ਨੂੰ ਸਮਝੋ ਕਿ ਜੋ ਅੱਜ ਕਿਸੇ ਹੋਰ ਨਾਲ ਵਾਪਰ ਰਿਹਾ, ਕੱਲ੍ਹ ਨੂੰ ਉਹ ਸਾਡੇ ਨਾਲ ਵੀ ਵਾਪਰੇਗਾ। ਜੇ ਉਹ ਦੂਸਰੇ ਦੀ ਸਮੱਸਿਆ ਹੈ ਤਾਂ ਕੱਲ੍ਹ ਨੂੰ ਉਹ ਸਾਡੀ ਸਮੱਸਿਆ ਵੀ ਬਣ ਸਕਦੀ ਹੈ। ਉਸ ਨੂੰ ਮਹਿਸੂਸ ਕਰਨਾ ਹੈ, ਉਸ ਨੂੰ ਆਪਣਾ ਸਮਝਣਾ ਹੈ, ਉਸ ਦੀ ਜਗ੍ਹਾ 'ਤੇ ਆਪਣਾ ਆਪ ਰੱਖ ਕੇ ਮਹਿਸੂਸ ਕਰਨਾ ਹੈ, ਖੁੱਭ ਕੇ, ਕਿ ਅਸੀਂ ਜੇਕਰ ਉਸ ਜਗ੍ਹਾ 'ਤੇ ਹੋਈਏ ਤਾਂ ਅਸੀਂ ਕੀ ਮਹਿਸੂਸ ਕਰਾਂਗੇ। ਉਸ ਉਪਰੰਤ ਕਾਰਜ ਕਰਨਾ ਹੈ, ਕੰਮ ਕਰਨਾ ਹੈ। ਇਹ ਕਾਰਜ, ਇਹ ਕੰਮ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ, ਇਨਸਾਨੀਅਤ ਵਾਲਾ ਹੋਣਾ ਚਾਹੀਦਾ ਹੈ। ਤੁਹਾਡੇ ਨਾਲ ਮੈਂ 2 ਸਥਿਤੀਆਂ ਸਾਂਝੀਆਂ ਕਰਨ ਲੱਗਾ, ਜਿੱਥੋਂ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਹਮਦਰਦੀ ਦਾ ਜੋ ਗੁਣ ਹੈ ਉਹ ਜੀਵਨ ਵਿੱਚ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਤੇ ਲੋੜਵੰਦ ਦੀ ਮਦਦ ਅਸੀਂ ਕਿਸ ਢੰਗ ਨਾਲ ਕਰ ਸਕਦੇ ਹਾਂ ਅਤੇ ਉਸ ਵਿੱਚੋਂ ਕਿਸ ਤਰ੍ਹਾਂ ਦੀ ਸਾਂਝੀਵਾਲਤਾ ਤੇ ਇਨਸਾਨੀਅਤ ਪੈਦਾ ਹੁੰਦੀ ਹੈ। ਇਹਨਾਂ ਸਥਿਤੀਆਂ ਦੇ ਵਿੱਚ ਤੁਸੀਂ ਨਾਲ-ਨਾਲ ਸਮਝਣਾ ਵੀ ਹੈ। ਕੁਝ ਪ੍ਰਸ਼ਨ ਤੁਹਾਨੂੰ ਕੀਤੇ ਜਾਣਗੇ, ਤੁਸੀਂ ਸੋਚਣਾ ਵੀ ਹੈ, ਉਹਨਾਂ ਦੇ ਜਵਾਬ ਵੀ ਦੇਣੇ ਹਨ। ਜਿਹੜੀ ਸਥਿਤੀ ਦੇਣੀ ਹੈ ਉਸ ਨੂੰ ਤੁਸੀਂ ਮੰਨ ਲੈਣਾ ਕਿ ਇਸ ਤਰ੍ਹਾਂ ਹੋ ਸਕਦਾ ਹੈ, ਤੇ ਇਸ ਗੱਲਬਾਤ ਦਾ ਮਹੱਤਵ ਹੋਰ ਵੱਧ ਜਾਏਗਾ ਜਦੋਂ ਮਹਿਸੂਸ ਕਰਾਂਗੇ ਅਸੀਂ ਕਿ ਆਪਣੇ ਜੀਵਨ ਦੇ ਵਿੱਚ ਹਮਦਰਦੀ ਦੇ ਇਸ ਗੁਣ ਨੂੰ ਅਸੀਂ ਕਿਸੇ ਨਾ ਕਿਸੇ ਪੱਧਰ ਤੇ ਅਪਣਾਇਆ ਹੈ। ਪਹਿਲੀ ਸਥਿਤੀ
ਜੋ ਸਿਰਜੀ ਗਈ ਹੈ ਉਹ ਸਾਰਿਆਂ ਲਈ ਇੱਕ ਦਿਨ ਵਿੱਚ ਬੱਸ ਦੇ ਸਫ਼ਰ ਕਰਨ ਨਾਲ ਸੰਬੰਧਿਤ ਹੈ। ਬੱਸ ਨੇ ਇੱਕ ਦਿਨ ਵਿੱਚ ਇੱਕ ਵਾਰ ਹੀ ਚੱਲਣਾ ਹੈ ਔਰ ਸਾਰਿਆਂ ਦੀ ਮਜਬੂਰੀ ਹੈ ਕਿ ਉਸ ਵਿੱਚ ਸਫ਼ਰ ਕਰਨਾ ਹੈ। ਇਹ ਪਹਿਲੀ ਸਥਿਤੀ ਹੈ। ਇਸ ਦੇ ਅਨੁਸਾਰ ਤੁਸੀਂ ਮੰਨ ਲੈਣਾ ਹੈ ਕਿ ਬੱਸ ਦਾ ਸਫ਼ਰ ਹੈ। ਉਸ ਬੱਸ ਵਿੱਚ ਤੁਸੀਂ ਸ਼ਾਮਲ ਹੋ ਔਰ ਸ਼ਾਮਲ ਹੋ ਕੇ ਤੁਸੀਂ ਕੀ ਦੇਖਦੇ ਹੋ ਕਿ ਇਹ ਬੱਸ ਬਟਾਲਾ ਤੋਂ ਚੰਡੀਗੜ੍ਹ ਜਾ ਰਹੀ ਹੈ। ਸਾਰੀਆਂ ਹੀ ਸੀਟਾਂ ਰਾਖਵੀਆਂ ਹਨ, ਰਾਖਵੀਆਂ ਹੋ ਚੁੱਕੀਆਂ ਹਨ। ਆਪਣੀਆਂ ਸੀਟਾਂ 'ਤੇ ਸਾਰੀਆਂ ਸਵਾਰੀਆਂ ਬੈਠੀਆਂ ਹਨ। ਤੁਸੀਂ ਵੀ ਸੀਟ 'ਤੇ ਬੈਠੇ ਹੋ ਔਰ 5 ਸਵਾਰੀਆਂ ਖਲੋਤੀਆਂ ਹੋਈਆਂ ਹਨ। ਉਹ 5 ਸਵਾਰੀਆਂ ਕਿਹੜੀਆਂ ਹਨ? ਆਓ ਜ਼ਰਾ ਉਹ ਵੀ ਦੇਖ ਲਈਏ। ਉਹਨਾਂ ਵਿੱਚ ਮੁਟਿਆਰ ਹੈ, ਮੁਟਿਆਰ ਦੇ ਨਾਲ ਨੌਜਵਾਨ ਹੈ। ਤੀਸਰੀ ਸਵਾਰੀ ਅਧਖੜ ਉਮਰ ਦਾ ਆਦਮੀ ਹੈ। ਚੌਥੀ ਬੱਚਾ ਚੁੱਕੀ ਨਾ ਵਿਆਹੀ ਔਰਤ ਹੈ ਤੇ ਪੰਜਵੀਂ ਅਧਖੜ ਉਮਰ ਦੀ ਔਰਤ ਹੈ। ਇਹ ਤੁਸੀਂ ਦੇਖਦੇ ਹੋ। ਦੇਖ ਕੇ ਇਸ ਸਾਰੀ ਸਥਿਤੀ ਨੂੰ ਸਮਝਣਾ ਹੈ ਕਿ ਹਮਦਰਦ ਹੋਣ ਦੇ ਨਾਤੇ ਮੈਂ ਮਦਦ ਕਰਾਂਗਾ। ਮਦਦ ਕਰਨੀ ਹੈ ਇਹਨਾਂ ਪੰਜਾਂ ਵਿੱਚੋਂ ਕਿਸੇ ਇੱਕ ਦੀ, ਕਿਉਂਕਿ ਤੁਹਾਡੇ ਕੋਲ ਸੀਟ ਇੱਕ ਹੈ। ਸਮਝੋ ਤੇ ਮਹਿਸੂਸ ਕਰੋ ਕਿ ਜੇ ਉਹਨਾਂ 5 ਸਵਾਰੀਆਂ ਵਿੱਚ ਮੈਂ ਹੋਵਾਂ ਤੇ ਮੈਂ ਕੀ ਮਹਿਸੂਸ ਕਰਾਂਗਾ ਕਿ ਕੀ ਇੰਨਾ ਲੰਮਾ ਸਫ਼ਰ ਮੈਂ ਖਲੋ ਕੇ ਕਰ ਸਕਾਂਗਾ ਜਾਂ ਨਹੀਂ ਕਰ ਸਕਾਂਗਾ। ਸਥਿਤੀ ਦੇ ਵਿੱਚ ਸੀਟ ਜਾਂ ਤਾਂ ਛੱਡਣੀ ਹੈ ਜਾਂ ਅਸੀਂ ਹੀ ਉਸ 'ਤੇ ਬੈਠੇ ਰਹਿਣਾ ਹੈ। ਹਮਦਰਦ ਵਿਅਕਤੀ ਸੀਟ ਛੱਡੇਗਾ, ਪਰ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਂ 'ਚੋਂ ਇੱਕ ਦੀ ਅਸੀਂ ਮਦਦ ਕਰਨੀ ਹੈ। ਉਹਨਾਂ ਪੰਜਾਂ ਦੇ ਵਿੱਚੋਂ ਕਿਸ ਦੀ ਮਦਦ ਕਰਾਂਗੇ ਜਾਂ ਕੀ ਕਰੋਗੇ ਤੁਸੀਂ ਅਜਿਹੇ ਹਾਲਾਤ ਦੇ ਵਿੱਚ, ਅਜਿਹੀ ਸਥਿਤੀ ਦੇ ਵਿੱਚ? ਕਰਨਾ ਕੀ ਹੈ? ਸਭ ਤੋਂ ਲੋੜਵੰਦ ਨੂੰ ਅਸੀਂ ਸੀਟ 'ਤੇ ਦੇਣੀ ਹੈ ਜਾਂ ਸੀਟ ਨਹੀਂ ਛੱਡਾਂਗੇ, ਕਿਉਂਕਿ ਮੈਂ ਪੈਸੇ ਦੀ ਲਈ ਹੋਈ ਹੈ, ਇਹ ਸੀਟ ਰਿਜ਼ਰਵ ਕਰਾਈ ਹੈ, ਰਾਖਵੀਂ ਕਰਵਾਈ ਹੈ, ਮੈਂ ਵੀ ਮਿਹਨਤ ਕੀਤੀ ਹੈ, ਮੈਂ ਪੈਸਾ ਲਾਇਆ, ਮੈਂ ਦੂਸਰੇ ਨੂੰ ਸੀਟ ਕਿਉਂ ਦੇਵਾਂ? ਪਰ ਜਿਸ ਵਿਸ਼ੇ 'ਤੇ ਅਸੀਂ ਗੱਲ ਕਰ ਰਹੇ ਹਾਂ ਉਹ ਵਿਸ਼ਾ ਇਸ ਤੋਂ ਹਟਵਾਂ ਹੈ। ਉਹ ਹਮਦਰਦੀ ਦੁਆਲੇ ਕੇਂਦਰਿਤ ਹੈ, ਉਸ ਨਜ਼ਰੀਏ ਦੁਆਲੇ ਕੇਂਦਰਿਤ ਹੈ। ਦੂਸਰਾ ਸੀਟ ਅਸੀਂ ਮੁਟਿਆਰ ਨੂੰ ਦੇਵਾਂਗੇ। ਤੀਸਰੀ ਸਥਿਤੀ ਦੇ ਵਿੱਚ ਸੀਟ ਨੌਜਵਾਨ ਨੂੰ ਦੇਵੋਗੇ। ਚੌਥੇ ਦੇ ਵਿੱਚ ਸੀਟ ਅਧਖੜ ਔਰਤ ਨੂੰ ਦੇਵੋਗੇ ਤੇ ਪੰਜਵੇਂ ਦੇ ਵਿੱਚ ਸੀਟ ਅਧਖੜ ਆਦਮੀ ਨੂੰ ਦੇਵੋਗੇ। ਅਗਲਾ ਸੀਟ ਬੱਚਾ ਚੁੱਕੀ ਨਾ ਵਿਆਹੀ ਔਰਤ ਨੂੰ ਦੇਵੋਗੇ। ਇੱਕ ਨੂੰ ਸੀਟ ਆਪਾਂ ਦੇਣੀ ਹੈ ਜੇਕਰ ਸਾਡੇ ਅੰਦਰ ਹਮਦਰਦੀ ਜਾਗਦੀ ਹੈ, ਇਨਸਾਨੀਅਤ ਜਾਗਦੀ ਹੈ, ਮਾਨਵਤਾ ਜਾਗਦੀ ਹੈ, ਕਿਉਂਕਿ ਅਸੀਂ ਇੱਕ ਸੁਨੇਹਾ ਦੇਣਾ ਹੈ ਕਿ ਇਸ ਸਥਿਤੀ ਦੇ ਵਿੱਚ ਅਸੀਂ ਵੀ ਹੋ ਸਕਦੇ ਹਾਂ ਔਰ ਮਦਦ ਸਭ ਤੋਂ ਲੋੜਵੰਦ ਦੀ ਕਰਨੀ ਹੈ। ਇਹਨਾਂ ਪੰਜਾਂ ਦੇ ਵਿੱਚ ਸਭ ਤੋਂ ਲੋੜਵੰਦ ਕੌਣ ਹੈ, ਇਸ ਨੂੰ ਸਮਝਣ ਦੀ ਲੋੜ ਹੈ, ਇਸ ਨੂੰ ਮਹਿਸੂਸ ਕਰਨ ਦੀ ਲੋੜ ਹੈ। ਔਰ ਸੀਟ ਕਿਆ ਮੁਟਿਆਰ ਸਭ ਤੋਂ ਵੱਧ ਲੋੜਵੰਦ ਹੈ ਜਾਂ ਅਧਖੜ ਔਰਤ ਹੈ? ਔਰ ਇਹ ਸਾਰਾ ਕੁਝ ਅਸੀਂ ਸਮਝ ਕੇ ਤੇ ਕਾਰਜ ਕਰਨਾ ਹੈ। ਕਾਰਜ ਸਾਡਾ ਇਨਸਾਨੀਅਤ ਵਾਲਾ ਹੋਣਾ ਚਾਹੀਦਾ ਹੈ, ਦੂਸਰੇ ਦੇ ਦਰਦ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ, ਉਸ ਦੀ ਪੀੜਾ ਨੂੰ, ਉਸ ਦੀ ਭਾਵਨਾ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ। ਤੇ ਹਮਦਰਦੀ ਤੇ ਹਮਾਇਤ ਇਹ ਕਹਿੰਦੀ ਹੈ ਕਿ ਸੀਟ ਬੱਚਾ ਚੁੱਕੀ ਨਾ ਵਿਆਹੀ ਔਰਤ ਨੂੰ ਦੇਣੀ ਬਣਦੀ ਹੈ, ਕਿਉਂਕਿ ਉਹ ਇੱਕ ਨਹੀਂ ਦੋ ਸਵਾਰੀਆਂ ਹਨ। ਔਰਤ ਹੈ, ਬੱਚਾ ਹੈ, ਦੋਨੇ ਸਾਡੇ ਸੁਸਾਇਟੀ ਲਈ, ਸਮਾਜ ਲਈ ਇੰਪੋਰਟੈਂਟ ਹਨ। ਉਹਨਾਂ ਦੀ ਮਦਦ ਕਰਨੀ ਬਣਦੀ ਹੈ। ਇਹ ਸਿਖਾਇਆ ਹੈ ਸਾਨੂੰ ਹਮਦਰਦੀ ਤੇ ਹਮਾਇਤ ਨੇ, ਹਮਦਰਦੀ ਦੀ ਭਾਵਨਾ ਨੇ, ਮਾਨਵਤਾ ਦੀ ਭਾਵਨਾ ਨੇ। ਔਰ ਅਸੀਂ ਮਦਦ ਕਰਾਂਗੇ, ਜ਼ਰੂਰ ਕਰਾਂਗੇ, ਕਿਉਂਕਿ ਅਸੀਂ ਇੱਕ ਸਮਾਜ ਦੇ ਹਮਦਰਦ ਇਨਸਾਨ ਹਾਂ। ਆਓ ਹੁਣ ਗੱਲ ਕਰੀਏ ਦੂਸਰੀ ਸਥਿਤੀ ਦੀ। ਇਹ ਦੂਸਰੀ ਸਥਿਤੀ ਵੀ ਇਸੇ ਤਰ੍ਹਾਂ ਪਹਿਲੀ ਸਥਿਤੀ ਦੇ ਨਾਲ ਹੀ ਮੇਲ ਖਾਂਦੀ ਹੈ। ਇਸ ਵਿੱਚ ਤਿੱਖੀ ਧੁੱਪ ਹੈ। ਨਿੱਜੀ ਕਾਰੋਬਾਰ ਲਈ ਸਾਈਕਲ 'ਤੇ ਸਫ਼ਰ ਕਰਨਾ ਹੈ। ਇੱਕੋ ਸਮੇਂ ਸਿਰਫ ਇੱਕ ਸਵਾਰੀ ਨੂੰ ਹੀ ਅਸੀਂ ਪਿੱਛੇ ਬਿਠਾ ਸਕਦੇ ਹਾਂ। ਇਹ ਸਾਡੀ ਸਥਿਤੀ ਹੈ ਔਰ ਇਸ ਸਥਿਤੀ ਦੇ ਵਿੱਚ ਅਸੀਂ ਜੋ ਸਾਡੇ ਸਾਹਮਣੇ ਹਾਲਾਤ ਹਨ, ਜੋ ਸਥਿਤੀ ਅੱਗੇ ਪੇਸ਼ ਆਉਣੀ ਹੈ, ਉਸ ਨੂੰ ਅਸੀਂ ਸਮਝਣਾ ਹੈ ਕਿ ਸਾਈਕਲ ਦਾ ਸਫ਼ਰ ਹੈ। ਗਰਮੀ ਬਹੁਤ ਜ਼ਿਆਦਾ ਹੈ, ਤੁਸੀਂ ਮੰਨ ਲੈਣਾ ਹੈ
ਕਿ ਗਰਮੀ 'ਚ ਸਾਈਕਲ ਦਾ ਸਫ਼ਰ ਕਰ ਰਹੇ ਹੋ ਔਰ ਤੁਸੀਂ ਕਰ ਰਹੇ ਹੋ। ਵਾਧੂ ਸੀਟ ਸਿਰਫ ਇੱਕ ਹੈ। ਸਮੇਂ ਸਿਰ ਮੁੜਨਾ ਵੀ ਲਾਜ਼ਮੀ ਹੈ। ਰਸਤੇ 'ਚ ਖਲੋਤੇ ਹੋਏ 5 ਰਾਹਗੀਰ ਬਿਠਾਉਣੇ ਹਨ ਔਰ 5 ਦੇ ਵਿੱਚ ਤੁਸੀਂ 5 ਨਹੀਂ ਬਿਠਾ ਸਕਦੇ। ਉਹ ਤੁਹਾਨੂੰ ਆਪਣੀ ਸੀਟ 'ਤੇ ਬਿਠਾਉਣ ਦੇ ਲਈ ਰੋਕਦੇ ਹਨ, ਮਦਦ ਕਰਨ ਦੇ ਲਈ ਪੁਕਾਰਦੇ ਹਨ, ਪਰੰਤੂ ਮਦਦ ਤੁਸੀਂ ਇੱਕ ਦੀ ਕਰ ਸਕਦੇ ਹੋ। ਉਹਨਾਂ 5 ਦੇ ਵਿੱਚ ਕੌਣ ਕੌਣ ਹਨ? ਇੱਕ ਹੈ ਮੁਟਿਆਰ, ਦੂਸਰਾ ਹੈ ਨੌਜਵਾਨ ਔਰ ਤੀਸਰਾ ਅਧਖੜ ਉਮਰ ਦਾ ਆਦਮੀ, ਚੌਥਾ ਵਿਆਹੀ ਔਰਤ, ਪੰਜਵਾਂ ਗਰੀਬ ਬੁੱਢੀ ਤੀਵੀਂ। ਹੁਣ ਇਹ ਅਸੀਂ ਦੇਖਦੇ ਹਾਂ ਆਪਣੀ ਅੱਖ ਦੇ ਨਾਲ ਜਦੋਂ ਅਸੀਂ ਸਾਈਕਲ ਤੇ ਜਾ ਰਹੇ ਹਾਂ। ਇਸ ਸਥਿਤੀ ਨੂੰ ਸਮਝਣਾ ਹੈ, ਮਹਿਸੂਸ ਕਰਨਾ ਹੈ ਕਿ ਅੱਤ ਦੀ ਗਰਮੀ ਦੇ ਵਿੱਚ ਮੈਂ ਆਪਣੀ ਇੱਕ ਸੀਟ ਤੇ ਬਿਠਾ ਸਕਦਾ ਹਾਂ। ਇਹ ਇਨਸਾਨੀਅਤ ਵਾਲਾ ਰਵੱਈਆ ਹੈ ਜੋ ਸਾਨੂੰ ਪ੍ਰੇਰਿਤ ਕਰਦਾ ਹੈ ਮਦਦ ਕਰਨ ਦੇ ਲਈ। ਅਸੀਂ 5 ਜਣੇ ਬਿਠਾ ਨਹੀਂ ਸਕਦੇ। ਉਹਨਾਂ ਦੀ ਸਮੱਸਿਆ ਨੂੰ ਸਮਝਣਾ ਸਾਡਾ ਫਰਜ਼ ਬਣਦਾ ਹੈ, ਸਾਡੀ ਇਨਸਾਨੀਅਤ ਦੇ ਨਾਤੇ। ਫਿਰ ਸਵਾਲ ਪੈਦਾ ਹੁੰਦਾ ਹੈ ਕਿ 5 ਅਸੀਂ ਬਿਠਾ ਨਹੀਂ ਸਕਦੇ, 5 ਦੀ ਅਸੀਂ ਮਦਦ ਕਰ ਨਹੀਂ ਸਕਦੇ, ਸਾਡੀ ਮਜਬੂਰੀ ਹੈ। ਤਾਂ ਕਰਾਂਗੇ ਕੀ? ਅਸੀਂ ਚੋਣ ਕਰਾਂਗੇ ਆਪਣੇ ਉਸ ਪੱਖ ਤੋਂ, ਉਸ ਸੋਚ ਤੋਂ ਜਿਸ ਸੋਚ ਦੇ ਨਾਲ ਅਸੀਂ ਕੇਵਲ ਇੱਕ ਦੀ ਮਦਦ ਕਰ ਸਕਦੇ ਹਾਂ, ਪਰ ਉਹ ਇੱਕ ਦੀ ਜਿਹੜੀ ਮਦਦ ਅਸੀਂ ਕਰਨੀ ਹੈ ਉਹ ਸਭ ਤੋਂ ਵੱਧ ਲੋੜਵੰਦ ਨੂੰ ਚੁਣਨਾ ਪਵੇਗਾ। ਪਰ ਇਸ ਹਾਲਾਤ ਦੇ ਵਿੱਚ ਇਹ ਵੀ ਹੋ ਸਕਦਾ ਕਿ ਤੁਸੀਂ ਕਿਸੇ ਨੂੰ ਸੀਟ ਹੀ ਨਾ ਦਿਓ, ਤੁਸੀਂ ਆਪਣੇ ਮਗਰ ਕਿਸੇ ਨੂੰ ਬਿਠਾਵੋ ਹੀ ਨਾ। ਇਹ ਗੱਲ ਜਾਂ ਤਾਂ ਬਹੁਤ ਵੱਡੀ ਮਜਬੂਰੀ ਹੋ ਸਕਦੀ ਹੈ ਕੋਈ ਤੁਹਾਡੀ, ਜਾਂ ਹਮਦਰਦੀ ਦੇ ਉਲਟ ਵਰਤਾਰਾ ਹੋ ਸਕਦਾ। ਸੀਟ ਮੁਟਿਆਰ ਨੂੰ ਦਿੱਤੀ ਜਾਏਗੀ, ਤੀਸਰਾ ਕਾਰਜ ਹੈ ਕਿ ਸੀਟ ਨੌਜਵਾਨ ਨੂੰ ਦੇਵੋਗੇ, ਚੌਥਾ ਹੈ ਕਿ ਸੀਟ ਵਿਆਹੀ ਔਰਤ ਨੂੰ ਦੇਵੋਗੇ, ਤੇ ਪੰਜਵਾਂ ਹੈ ਕਿ ਸੀਟ ਅਧਖੜ ਆਦਮੀ ਨੂੰ ਦੇਵੋਗੇ, ਤੇ ਅਗਲਾ ਹੈ ਕਿ ਸੀਟ ਗਰੀਬ ਬੁੱਢੀ ਤੀਵੀਂ ਨੂੰ ਦੇਵੋਗੇ। ਅਸੀਂ ਕਾਰਜ ਕਰਨ ਤੋਂ ਪਹਿਲਾਂ ਸੋਚਣਾ ਹੈ, ਵਿਚਾਰਨਾ ਹੈ, ਸਮਝਣਾ ਹੈ ਕਿ ਜੇ ਮਦਦ ਹੀ ਕਰਨੀ ਹੈ ਤੇ ਇਹਨਾਂ ਵਿੱਚੋਂ ਸਭ ਤੋਂ ਲੋੜਵੰਦ ਕੌਣ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਜੇਕਰ ਇਹਨਾਂ 5 ਦੇ ਵਿੱਚੋਂ ਕਿਸੇ ਵੱਧ ਲੋੜਵੰਦ ਨੂੰ ਬਿਠਾਉਂਦੇ ਹਾਂ ਤਾਂ ਹੀ ਹਮਦਰਦੀ ਹੋਏਗੀ। ਹਮਦਰਦੀ ਸਾਡੀ ਤਾਂ ਵੀ ਜਾਗਦੀ ਹੈ ਜੇਕਰ ਅਸੀਂ ਇਹਨਾਂ 5 ਚੋਂ ਕਿਸੇ ਇੱਕ ਦੀ ਵੀ ਮਦਦ ਕਰਦੇ ਹਾਂ। ਪਰੰਤੂ ਸਾਡੀ ਸਿਆਣਪ, ਸਾਡੀ ਸੋਚ, ਸਾਡੀ ਉਸਤਤ ਉਸ ਗੱਲ ਵਿੱਚ ਹੋਰ ਵਧੇਰੇ ਹੋਵੇਗੀ ਜਿਸ ਵਿੱਚ ਅਸੀਂ ਸਭ ਤੋਂ ਵੱਧ ਲੋੜਵੰਦ ਦੀ ਮਦਦ ਕਰਦੇ ਹਾਂ। ਆਓ ਕਾਰਜ ਕਰੀਏ। ਇਹਨਾਂ 5 ਦੇ ਵਿੱਚੋਂ ਕਾਰਜ ਕੀ ਕਰੋਗੇ? ਸੀਟ ਬੁੱਢੀ ਤੀਵੀਂ ਨੂੰ ਦੇਵੋਗੇ। ਜੇ ਹਮਦਰਦੀ ਹੈ, ਇਨਸਾਨੀਅਤ ਹੈ, ਹਮਾਇਤ ਹੈ ਸਾਡੀ, ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਮਾਨਵੀ ਭਾਵਨਾ ਹੈ। ਕਿਉਂ? ਕਿਉਂਕਿ ਬਜ਼ੁਰਗ ਔਰਤ ਬਿਮਾਰ ਹੋ ਸਕਦੀ ਹੈ, ਬਜ਼ੁਰਗ ਔਰਤ ਦਾ ਕੋਈ ਆਸਰਾ ਨਹੀਂ ਹੋ ਸਕਦਾ, ਉਹ ਤੁਰ ਕੇ ਜਾ ਨਹੀਂ ਸਕਦੀ। ਇਸ ਕਰਕੇ ਬਜ਼ੁਰਗਾਂ ਦਾ ਸਤਿਕਾਰ ਸਾਡੇ ਮਨਾਂ ਵਿੱਚ ਵੀ ਜਾਗਣਾ ਚਾਹੀਦਾ ਹੈ। ਭਾਵੇਂ ਸਾਡੇ ਕੋਲ ਪੈਸੇ ਦੀ ਅਮੀਰੀ ਨਹੀਂ ਵੀ ਹੈ, ਪੈਸੇ ਕਰਕੇ ਕੋਈ ਗਰੀਬ ਹੋ ਸਕਦਾ ਹੈ, ਪਰ ਉਸ ਦੀ ਅਮੀਰੀ ਇਹਨਾਂ ਗੁਣਾ ਕਰਕੇ ਬਹੁਤ ਵੱਡੇ ਪੱਧਰ ਦੀ ਹੋ ਸਕਦੀ ਹੈ। ਇਸੇ ਨਾਲ ਸੰਬੰਧਿਤ ਇੱਕ ਨੌਰਾ ਰਿਚਰਡ ਕਲਾ ਮੰਚ ਵੱਲੋਂ ਵੀਡੀਓ ਦਾ ਫਿਲਮਾਂਕਣ ਕੀਤਾ ਗਿਆ ਤੁਹਾਡੇ ਲਈ, ਜਿਹੜੀ ਕਿ ਇਸੇ ਵਿਸ਼ੇ ਨਾਲ ਸੰਬੰਧਿਤ ਹੈ ਕਿ ਇਸ ਗਰੀਬੀ ਦੇ ਵਿੱਚ ਅਮੀਰੀ ਬਹੁਤ ਹੈ। ਇਹਨਾਂ ਕਦਰਾਂ ਕੀਮਤਾਂ ਦੀ ਅਮੀਰੀ ਬਹੁਤ ਹੈ ਜਿਸ ਨੂੰ ਅਪਣਾਉਣ ਦੀ ਲੋੜ ਹੈ, ਜਿਸ ਨੂੰ ਆਪਣੇ ਜੀਵਨ ਵਿੱਚ, ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਲੋੜ ਹੈ। ਦੇਖਿਓ, ਇਹ ਦੁਨੀਆ ਤੁਹਾਡੀ ਬਣ ਜਾਵੇਗੀ। ਇਹ ਅਮੀਰ ਦੁਨੀਆ, ਇਹ ਖੁਸ਼ਹਾਲ ਜੀਵਨ ਵਾਲੀ, ਖੁਸ਼ਹਾਲ ਜੀਵਨ ਜਾਚ ਵਾਲੀ ਉੱਚੀ ਤੇ ਸੁੱਚੀ ਦੁਨੀਆ ਬਣ ਜਾਵੇਗੀ ਜੇਕਰ ਤੁਸੀਂ ਇਹਦੇ ਵਿੱਚ ਆਪਣੇ ਜੀਵਨ ਦੀਆਂ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਦੇ ਰਾਹੀਂ ਵੱਡਾ ਰੋਲ ਅਦਾ ਕਰਦੇ ਹੋ। ਆਓ ਦੇਖੀਏ। ਸੂਰਜ ਵੀ ਸਿਰ ਤੇ ਚੜਾ ਆ ਅੱਜ। ਖਿੱਚਲਾ ਯਾਰ ਖਿੱਚਲਾ, ਸਬਜ਼ੀ ਵੀ ਨਹੀਂ ਮਿਲਣੀ ਅੱਜ ਸਬਜ਼ੀ ਮੰਡੀ ਚੰਗੀ। ਪਤਾ ਨਹੀਂ ਕੀ ਬਣਨਾ, ਦੁਕਾਨ ਤੇ ਵੀ ਸਮਾਨ ਨਹੀਂ ਹੈਗਾ। ਭਾਜੀ ਰੁਕਿਓ, ਭਾਜੀ ਰੁਕਿਓ। ਲੈ ਜਾਓ ਕਿੱਥੇ? ਭਾਈ ਸਕੂਲੇ। ਵੀਰੇ ਮੈਨੂੰ ਲੈ ਜਾਓ, ਮੈਂ ਕਾਲਜ ਜਾਣਾ, ਮੇਰਾ ਪੇਪਰ ਆ। ਓ ਯਾਰ ਤੂੰ ਮੈਨੂੰ ਬੈਂਕ ਤੱਕ ਸਾਡਾ। ਭਾਜੀ ਛੱਡੋ ਇਹਨਾਂ, ਤੁਸੀਂ ਮੈਨੂੰ ਬਾਜ਼ਾਰ ਤੱਕ ਛੱਡ ਆਓ। ਓ ਯਾਰ ਤੂੰ ਮੈਨੂੰ ਬੈਂਕ ਤੱਕ ਲੈ ਜਾ। ਇੱਕ ਮਿੰਟ ਬੀਬੀ ਜੀ,
ਤੁਸੀਂ ਕਿੱਥੇ ਜਾਣਾ? ਪੁੱਤ ਮੈਂ ਬਾਜ਼ਾਰ ਜਾਣਾ ਦਵਾਈ ਲੈਣ। ਉਹ ਯਾਰ ਤੂੰ ਮੈਨੂੰ ਬੈਂਕ ਤੱਕ ਛੱਡ ਯਾਰ। ਭਾਜੀ ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਮੈਨੂੰ ਬਾਜ਼ਾਰ ਉਹ ਯਾਰ ਤੂੰ ਬੈਂਕ ਤੱਕ ਛੱਡ ਯਾਰ, ਰਹਿਣ ਦੇ ਮੈਨੂੰ ਯਾਰ, ਛੱਡੋ। ਭਾਜੀ ਮੈਨੂੰ ਇੱਥੋਂ ਕੁ ਛੱਡ। ਓਏ ਇੱਕ ਮਿੰਟ ਖੜ ਜਾਓ ਯਾਰ। ਦਿਮਾਗ ਖਰਾਬ ਕੀਤਾ ਪਿਆ ਇਹਨਾਂ ਨੇ। ਹੁਣ ਸਾਰਿਆਂ ਨੂੰ ਕਿੱਦਾਂ ਇਕੱਠੇ ਲੈ ਜਾਵਾਂ? ਇਹਨਾਂ ਦਾ ਬਾਜ਼ਾਰ ਜਾਣਾ ਵੀ ਜ਼ਰੂਰੀ ਹੈ ਤੇ ਬਾਬੇ ਦਾ ਬੈਂਕ ਜਾਣਾ ਵੀ। ਤੇ ਸਾਹਮਣੇ ਬੱਚੇ ਆ ਦੋ, ਸਕੂਲ ਤੇ ਕਾਲਜ ਉਹ ਵੀ ਜ਼ਰੂਰੀ ਹੈ। ਪਰ ਮੈਨੂੰ ਲੱਗਦਾ ਬੀਬੀ ਨੂੰ ਜ਼ਿਆਦਾ ਜ਼ਰੂਰਤ ਹੈ। ਸਿਹਤ ਵੀ ਠੀਕ ਜਿਹੀ ਨਹੀਂ ਲੱਗਦੀ ਤੇ ਥੈਲਾ ਵੀ ਭਾਰਾ ਤੇ ਉੱਤੋਂ ਗਰਮੀ ਵੀ ਬਹੁਤ ਹੈ। ਇਹਨਾਂ ਨੂੰ ਲੈ ਚੱਲਦਾ। ਲਿਆਓ ਬੀਬੀ ਦਿਓ ਥੈਲਾ। ਆਓ ਲੈ ਚੱਲਦਾ ਤੁਹਾਨੂੰ। ਧਿਆਨ ਨਾਲ ਪੁੱਤ। बेशक अजय गरीबी है, मेरा साइकिल मेरा सहारा है, मार पैडल ते चढ़ जावा, बस इस तो ही मेरा गुजारा है। दिल सी मैं सब नू ले जावा, बस इहो ही हुण मैं सोच रहा, लोड़वंद दी मदद करा, दिल मेरा भी है लोच रहा, दिल मेरा भी है लोच रहा। ਸਾਈਕਲ ਕਹਿੰਦੇ ਗਰੀਬ ਦੀ ਸਵਾਰੀ ਹੈ, ਪਰ ਇਹ ਸੋਚ ਬਦਲਣ ਦੀ ਲੋੜ ਹੈ। ਮੈਂ ਸਮਝਦਾ ਕਿ ਸਾਈਕਲ ਦੇ ਵਿੱਚ ਵੀ ਬਹੁਤ ਅਮੀਰੀ ਹੈ। ਤੁਸੀਂ ਦੇਖਿਆ ਕਿ ਸਾਈਕਲ ਸਵਾਰ ਕਿਵੇਂ 4-5 ਰਾਹਗੀਰਾਂ ਦੇ ਵਿੱਚੋਂ ਸਭ ਤੋਂ ਵੱਧ ਲੋੜਵੰਦ ਬੁੱਢੀ ਤੀਵੀਂ ਬਜ਼ੁਰਗ ਔਰਤ ਨੂੰ ਆਪਣਾ ਸਮਝ ਕੇ ਉਸ ਦੀ ਮਦਦ ਕਰਦਾ ਹੈ। ਚਾਹੁੰਦਾ ਤਾਂ ਸੀ ਕਿ ਸਾਰਿਆਂ ਦੀ ਮਦਦ ਹੋਵੇ, ਪਰ ਉਸ ਦੀ ਬੇਵਸੀ ਸੀ। ਇਹ ਵੀ ਹੋ ਸਕਦਾ ਹੈ ਕਿ ਅਸੀਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਹੋਈਏ, ਪਰ ਕਿਤੇ ਨਾ ਕਿਤੇ ਸਾਡੀ ਬੇਵਸੀ ਉਸ ਵਿੱਚ ਰੁਕਾਵਟ ਬਣਦੀ ਹੋਵੇ। ਪਰੰਤੂ ਭਾਵਨਾ ਸਾਡੀ ਜ਼ਰੂਰ ਇਸ ਪੱਧਰ ਦੀ ਹੋਣੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਇਨਸਾਨੀਅਤ ਦਾ ਮਾਤਾ ਜਾਗਦਾ ਰਹੇ, ਸਾਡੇ ਵਿੱਚੋਂ ਮਾਨਵੀ ਸਾਂਝ ਦਾ ਮਾਤਾ ਜਾਗਦਾ ਰਹੇ, ਕਿਉਂਕਿ ਇਹ ਜੀਵਨ ਇਨਸਾਨੀ ਸਾਂਝ ਦੇ ਨਾਲ ਵੱਧਦਾ ਹੈ, ਇਨਸਾਨੀ ਪ੍ਰੇਮ ਦੇ ਨਾਲ ਵੱਧਦਾ ਹੈ, ਹਮਦਰਦੀ ਨਾਲ ਵੱਧਦਾ ਹੈ, ਖੁਸ਼ਹਾਲ ਹੁੰਦਾ ਹੈ। ਕਿਉਂ ਨਾ ਇਹੋ ਜਿਹੀ ਜੀਵਨ ਜਾਂਚ ਆਪਣੇ ਸਾਰੇ ਸਮਾਜ ਦੇ ਵਿੱਚ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ, ਇਸ ਸਮਾਜ ਨੂੰ ਹੋਰ ਖੂਬਸੂਰਤ ਬਣਾ ਲਈਏ। ਤੁਹਾਡੇ ਕੋਲੋਂ ਇਹੀ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਜੀਵਨ ਜਾਂਚ ਦੇ ਵਿੱਚ, ਆਪਾਂ ਸਭ ਦੀ ਜੀਵਨ ਜਾਂਚ ਦੇ ਵਿੱਚ ਇਹਨਾਂ ਗੁਣਾਂ ਨੂੰ ਅਪਣਾਈਏ ਔਰ ਇਸ ਸਮਾਜ ਨੂੰ, ਇਸ ਜੀਵਨ ਨੂੰ ਖੂਬਸੂਰਤ ਬਣਾ ਲਈਏ, ਸਵਰਗ ਬਣਾ ਲਈਏ। ਸਵਰਗ ਸਾਨੂੰ ਕਿਤੇ ਹੋਰ ਨਾ ਲੱਭਣ ਜਾਣਾ ਪਵੇ, ਇਸੇ ਦੁਨੀਆ 'ਚ ਲੱਭ ਲਈਏ। ਜਿਹੜਾ ਇਸ ਦੁਨੀਆ 'ਚ ਆਏ ਉਹ ਮਹਿਸੂਸ ਕਰੇ ਕਿ ਇਹ ਜੀਵਨ ਹੀ ਉਸਦਾ ਸਵਰਗ ਹੈ, ਇਹ ਕਿਸੇ ਹੋਰ ਨੇ ਨਹੀਂ ਬਣਾਉਣਾ, ਇਹ ਅਸੀਂ ਆਪਾਂ ਬਣਾਉਣਾ। ਹੁਣ ਅਭਿਆਸ ਵਜੋਂ ਕੁਝ ਪ੍ਰਸ਼ਨ। ਪਹਿਲਾ ਪ੍ਰਸ਼ਨ, ਜ਼ਿੰਦਗੀ ਵਿੱਚ ਹਮਦਰਦੀ ਅਤੇ ਹਮਾਇਤ ਕਿਉਂ ਜ਼ਰੂਰੀ ਹਨ? ਇਸ ਦਾ ਜਵਾਬ ਤੁਸੀਂ ਆਪ ਲਿਖਣਾ ਹੈ ਅਧਿਆਪਕ ਜੀ ਦੀ ਅਗਵਾਈ ਦੇ ਨਾਲ, ਔਰ ਜਵਾਬ 2-4 ਸਤਰਾਂ ਦੇ ਵਿੱਚ ਜਾਂ ਪੰਨੇ ਦੇ ਵਿੱਚ ਵੀ ਹੋ ਸਕਦਾ ਹੈ। ਪ੍ਰਸ਼ਨ ਦੂਸਰਾ, ਸਥਿਤੀ 1 ਵਿੱਚ ਸਭ ਨਾਲੋਂ ਲੋੜਵੰਦ ਸਵਾਰੀ ਕਿਹੜੀ ਸੀ ਅਤੇ ਕਿਉਂ? ਇਹ ਤੁਸੀਂ ਆਪਣੇ ਪੱਧਰ ਤੇ ਸੋਚ ਵਿਚਾਰ ਕਰਕੇ ਆਪ ਆਪਣਾ ਜਵਾਬ ਦੇਣਾ ਹੈ। ਪ੍ਰਸ਼ਨ 3, ਸਥਿਤੀ 2 ਵਿੱਚ ਸਭ ਨਾਲੋਂ ਲੋੜਵੰਦ ਸਵਾਰੀ ਕਿਹੜੀ ਸੀ ਅਤੇ ਕਿਉਂ? ਦੋਨੋਂ ਸਥਿਤੀਆਂ ਤੁਸੀਂ ਦੇਖੀਆਂ ਨੇ, ਮਹਿਸੂਸ ਵੀ ਕੀਤੀਆਂ ਹੋਣਗੀਆਂ। ਸੋ ਮੈਂ ਆਸ ਕਰਦਾ ਕਿ ਤੁਸੀਂ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੇ ਨਾਲ ਭਰਵਾਂ ਹੁੰਗਾਰਾ ਦੇ ਕੇ ਇੱਕ ਹਮਦਰਦ ਇਨਸਾਨ ਬਣੋਗੇ। ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਤੁਹਾਡਾ ਆਪਣਾ